ਨਿਸ਼ਕਾਮ ਨਿਜ ਤੋਂ ਉੱਪਰ ਉੱਠ ਕੇ ਕੀਤੀ ਗਈ ਸੇਵਾ। ਉਹਨਾਂ ਦਾ ਲਾਸਟ ਬਚਨ ਸੀ ਮੇਰੇ ਲਈ, ਤੂੰ ਵਿਆਹ ਕਰਾਉਣਾ ਆ ਜਾਂ ਨਹੀਂ ਕਰਾਉਣਾ ਇਹ ਤੇਰੇ ਤੇ ਡਿਪੈਂਡ ਕਰਦਾ, ਲੇਕਿਨ ਆਸ਼ਰਮ ਕਿਸੇ ਕੀਮਤ ਤੇ ਬੰਦ ਨਹੀਂ ਹੋਣਾ ਚਾਹੀਦਾ। ਮੈਂ ਆਲਰੇਡੀ ਆਸ਼ਰਮ ਨਾਲ ਵਿਆਹ ਕਰਵਾ ਚੁੱਕੀ ਹਾਂ, ਠੀਕ ਹੈ। ਤੇ ਬੱਚੇ ਮੇਰੇ ਅੱਜ ਜਿੰਨੇ ਇੱਥੇ ਬੈਠੇ ਨੇ ਇਹ ਸਾਰੇ ਮੇਰੇ ਬੱਚੇ ਨੇ। ਉਹਨਾਂ ਦਾ ਮਕਸਦ ਇਹ ਸੀਗਾ ਕਿ ਅਸੀਂ ਜਦੋਂ ਵੀ ਉਹਨਾਂ ਨੇ ਮੈਨੂੰ ਕਹਿਣਾ ਅਸੀਂ ਆਸ਼ਰਮ ਨਹੀਂ ਚੱਲਣ ਦੇਣਾ, ਅਸੀਂ ਆਸ਼ਰਮ ਬੰਦ ਕਰਨਾ। ਅਸੀਂ ਸਫ਼ਰ ਤੇ ਤੁਰੇ ਇਕੱਲੇ ਲੈ ਕੇ ਸ਼ੌਕ ਅਵੱਲੇ, ਅਸੀਂ ਸਫ਼ਰ ਤੇ ਤੁਰੇ ਇਕੱਲੇ ਲੈ ਕੇ ਸ਼ੌਕ ਅਵੱਲੇ, ਹੌਲੀ ਹੌਲੀ ਨਾਲ ਸਾਡੇ ਪਾ ਲਈ ਸਾਂਝ ਕਰਾਵਾਂ। ਮੈਂ ਓਪਨ ਮਾਈਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸੂਦ ਮੈਡਮ ਜੀ, ਆਪਣੀ ਹੋਰ ਸਤਿਕਾਰਯੋਗ ਸ਼ਖਸੀਅਤਾਂ, ਉਹਨਾਂ ਨਾਲ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੀ ਹਾਂ ਮੈਂ ਸਿਟੀ ਯੂਨੀਵਰਸਿਟੀ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਔਰ ਇਸ ਕਾਬਿਲ ਸਮਝਿਆ ਕਿ ਮੈਨੂੰ ਤੁਹਾਡੇ ਸਭਨਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਸੋ ਮੈਂ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਦੋ ਪੰਕਤੀਆਂ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਦੇਸ਼ ਕੌਮ ਦੀ ਸੇਵਾ ਵਿੱਚ ਜਿੰਨਾ ਪੈਰ ਪਾਏ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ। ਸੋ ਮੈਂ ਗੱਲ ਕਰਦੀ ਹਾਂ ਨਿਸ਼ਕਾਮ ਦੀ। ਨਿਸ਼ਕਾਮ ਨਿਜ ਤੋਂ ਉੱਪਰ ਉੱਠ ਕੇ ਕੀਤੀ ਗਈ ਸੇਵਾ, ਆਪਣੇ ਸਵਾਰਥ ਛੱਡ ਕੇ ਨਿਰਸਵਾਰਥ ਕੀਤੀ ਗਈ ਸੇਵਾ। ਮੇਰੇ ਡੈਡੀ ਜੀ ਦਾ ਸੁਪਨਾ, ਉਹਨਾਂ ਦੇ ਸੁਪਨਿਆਂ ਦੇ ਵਿੱਚੋਂ ਉਪਜੀ ਹੋਈ ਇਹ ਸੰਸਥਾ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ, ਜੋ ਕਿ ਬਰਨਾਲਾ ਚੌਕ ਦੇ ਵਿੱਚ ਹੈ। ਮੇਰੀ ਦਾਦੀ ਦੇ ਨਾਲ ਅਤੀ ਸਨੇਹ, ਬਹੁਤ ਜ਼ਿਆਦਾ ਪਿਆਰ, ਖਾਣਾ ਪੀਣਾ ਸੌਣਾ ਪੈਣਾ, ਜਿੱਥੇ ਵੀ ਜਾਣਾ ਮੈਂ ਹਮੇਸ਼ਾ ਉਹਦੇ ਨਾਲ ਰਹਿੰਦੀ ਸੀ। ਮੈਂ 14 ਸਾਲ ਦੀ ਸੀ, 13-14 ਸਾਲ ਦੀ, ਤੇ ਮੇਰੀ ਦਾਦੀ ਦੀ ਡੈਥ ਹੋ ਗਈ। ਔਰ ਉਹ ਸਾਡੇ ਨਾਲ ਇਹ ਸੀਗਾ ਵੀ ਘਰ ਦੇ ਵਿੱਚ ਕੋਈ ਨਾ ਕੋਈ ਬਜ਼ੁਰਗ ਹੋਣਾ ਚਾਹੀਦਾ। ਅਸੀਂ ਸਕੂਲੋਂ ਆਉਣਾ, ਪਹਿਲਾਂ ਇਹ ਪੁੱਛਣਾ ਮੰਮੀ ਨੂੰ, ਮੰਮੀ ਬੇਬੇ ਕਿੱਥੇ ਆ, ਮੰਮੀ ਬੇਬੇ ਕਿੱਥੇ ਆ। ਤਕਰੀਬਨ ਇਹ ਸਾਡੇ ਨਾਲ 6-7 ਮਹੀਨੇ ਇੱਦਾਂ ਹੀ ਹੁੰਦਾ ਰਿਹਾ ਜੀ। ਅਸੀਂ ਨਾ ਮੱਝਾਂ ਗਾਵਾਂ ਰੱਖਦੇ ਹਾਂ, ਗਾਂ ਵੀ ਰੱਖਦੇ ਹਾਂ, ਮੱਝ ਵੀ ਰੱਖਦੇ ਹਾਂ। ਤੇ ਇੱਕ ਪਲਾਟ ਸੀਗਾ ਮੰਮੀ ਦੇ ਨਾਂ ਤੇ। ਫਾਦਰ ਸਾਹਿਬ ਕਹਿੰਦੇ ਇਦਾਂ ਕਰਦੇ ਆ ਵੀ ਬੱਚਿਆਂ ਦਾ ਵੀ ਬਜ਼ੁਰਗਾਂ ਬਿਨਾਂ ਸਰਦਾ ਨਹੀਂ ਹੈਗਾ, ਤੇ ਉਹਨਾਂ ਕਹਿੰਦੇ ਜਿਹੜਾ ਆਪਣਾ ਪਲਾਟ ਹੈ ਨਾ ਉਹਦੇ ਵਿੱਚ 2 ਕਮਰੇ ਪਾਵਾਂਗੇ, ਤੇ ਉਹ ਬਜ਼ੁਰਗ ਜਿਨ੍ਹਾਂ ਨੂੰ ਕੋਈ ਘਰਾਂ 'ਚ ਨਹੀਂ ਪੁੱਛਦਾ, ਬੇਸਹਾਰਾ ਨੇ, ਉਹ ਇੱਥੇ ਆ ਜਾਇਆ ਕਰਨਗੇ, ਚਾਹ ਪਾਣੀ ਪੀਣਗੇ, ਰੋਟੀ ਖਾ ਲਿਆ ਕਰਨਗੇ, ਆਪਣਾ ਤਾਸ਼ ਖੇਡਣਗੇ, ਟਾਈਮ ਪਾਸ ਕਰਕੇ ਸ਼ਾਮ ਨੂੰ ਘਰਾਂ ਨੂੰ ਚਲੇ ਜਾਇਆ ਕਰਨਗੇ। ਇਹ ਗੱਲਾਂ ਸਾਡੇ ਤਕਰੀਬਨ ਕੁਛ ਕੁ ਟਾਈਮ ਘਰ ਦੇ ਵਿੱਚ ਚੱਲਦੀਆਂ ਰਹੀਆਂ ਜੀ। ਹੌਲੀ ਹੌਲੀ ਵਿਚਾਰ ਬਦਲਦੇ ਗਏ ਤੇ ਇਹ ਵਿਚਾਰ ਆ ਗਿਆ ਜੀ ਆਪਾਂ ਬਿਰਧ ਆਸ਼ਰਮ ਖੋਲ੍ਹਦੇ ਹਾਂ। ਅਸੀਂ ਬਿਰਧ ਆਸ਼ਰਮ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਜੀ। ਕਈ ਥਾਵਾਂ 'ਤੇ ਗਏ, ਉੱਥੇ ਉਹਨਾਂ ਨੂੰ 2-3 ਸਾਲ ਦੇਖਦੇ ਰਹੇ ਵੀ ਉਹ ਕਿੱਦਾਂ ਚਲਾਉਂਦੇ ਆ, ਕਿੱਦਾਂ ਬਜ਼ੁਰਗਾਂ ਦੀ ਕੇਅਰ ਕਰਦੇ ਆ, ਕੀ ਕਰਦੇ ਆ। ਔਰ ਉਹਨਾਂ ਤੋਂ ਪ੍ਰੇਰਿਤ ਹੋ ਕੇ ਜੀ ਅਸੀਂ 10 ਦਸੰਬਰ 1997 ਮੇਰੇ ਡੈਡੀ ਗੁਰਦਾਸ ਸਿੰਘ ਜੀ, ਉਹਨਾਂ ਦੇ 47ਵੇਂ ਜਨਮ ਦਿਨ 'ਤੇ ਅਸੀਂ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਦਾ ਨੀਂਹ ਪੱਥਰ ਰੱਖਿਆ ਜੀ। ਨੀਂਹ ਪੱਥਰ ਰੱਖਣ ਤੋਂ ਬਾਅਦ ਵਿੱਚ ਉਹਦੇ ਵਿੱਚ ਬਜ਼ੁਰਗਾਂ ਦੀ ਭਰਤੀ ਤੇ ਸ਼ੁਰੂ ਕੀਤੀ, ਤੇ ਨਾਲ ਅੱਖਾਂ ਦਾ ਕੈਂਪ ਲਾਉਣਾ ਸ਼ੁਰੂ ਕੀਤਾ। ਉਹ ਲੜਕੀਆਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਜਾਂ ਜਿਨ੍ਹਾਂ ਦੇ ਬ੍ਰਦਰ ਨਹੀਂ ਹੈਗੇ, ਬਹੁਤ ਪੂਅਰ ਫੈਮਿਲੀ, ਉਹਨਾਂ ਦੇ ਨਾਲ ਵਿਆਹ ਕਰਨੇ ਸ਼ੁਰੂ ਕੀਤੇ ਜੀ।
ਫਾਦਰ ਸਾਹਿਬ ਥੋੜੇ ਕੁ ਟਾਈਮ ਬਾਅਦ ਬਿਮਾਰ ਰਹਿਣ ਲੱਗ ਗਏ। ਪਰ ਉਹ ਇੰਨੇ ਕੁ ਹਿੰਮਤ ਤੇ ਹੌਸਲੇ ਵਾਲੇ ਸੀ। ਉਹ ਸਾਨੂੰ ਵੀ ਹਮੇਸ਼ਾ ਇਹ ਕਹਿੰਦੇ ਸੀ ਕਿ ਮੇਰੇ ਕੋਲੇ ਥੋੜਾ ਟਾਈਮ ਆ, ਮੈਂ ਬਹੁਤ ਸਮਾਂ ਨਹੀਂ ਹੈਗਾ, ਮੈਂ ਜੋ ਵੀ ਕਰ ਰਿਹਾ ਉਹਨੂੰ ਤੁਸੀਂ ਸਿੱਖਣਾ, ਉਹਨੂੰ ਤੁਸੀਂ ਦੇਖਦੇ ਰਹਿਣਾ। ਇਹ ਨਹੀਂ ਕਹਿਣਾ ਕਿ ਵੀ ਜੋ ਮੈਂ ਕਹਿ ਰਿਹਾ ਇਹ ਸਾਰਾ ਝੂਠ ਹੈ। ਉਹ ਜੋ ਮੈਂ ਕਹਿ ਰਿਹਾ ਉਹ ਤੁਹਾਡੇ ਨਾਲ ਸਾਰਾ ਕੁਝ ਵਾਪਰਨਾ ਹੈ, ਹੋਣਾ ਤੁਹਾਡੇ ਨਾਲ ਸਭ ਕੁਝ। ਸਮਾਂ ਪੈਂਦਾ ਗਿਆ ਜੀ, ਬਜ਼ੁਰਗ ਫਾਦਰ ਸਾਹਿਬ ਮੇਰੇ ਜ਼ਿਆਦਾ ਬਿਮਾਰ ਰਹਿਣ ਲੱਗ ਗਏ। ਉਹਨਾਂ ਦਾ ਇਹ ਸੀਗਾ ਕਿ ਵੀ ਹੁਣ ਮੈਂ ਇਹਦਾ ਨਾ ਵਿਆਹ ਕਰ ਦੇਵਾਂ ਆਪਣੇ ਹੱਥੀਂ। ਹਰੇਕ ਮਾਂ ਬਾਪ ਨੂੰ ਹੁੰਦਾ ਹੈ ਕਿ ਮੈਂ ਆਪਣੀ ਬੇਟੀ ਨੂੰ ਉਹਦੇ ਘਰ ਭੇਜਾਂ। ਸਾਡੇ ਘਰਦਿਆਂ ਨੇ ਲੜਕਾ ਲੱਭਣਾ ਸ਼ੁਰੂ ਕੀਤਾ। ਮੇਰੇ ਖਿਆਲ ਅਨੁਸਾਰ ਮੈਂ ਗਿਣਤੀ ਨਹੀਂ ਕਰ ਸਕਦੀ ਕਿੰਨੇ ਕੁ ਦੇਖੇ ਹੋਣਗੇ। ਔਰ ਸਾਰਿਆਂ ਦਾ ਇੱਕੋ ਹੀ ਗੱਲ ਹੁੰਦੀ ਸੀ ਸਾਰਿਆਂ ਦੀ, ਜੀ ਅਸੀਂ ਇਹ ਜਿਹੜੇ ਕੰਮ ਇਹ ਕਰ ਰਹੀ ਹੈ ਨਾ, ਇਹ ਨਹੀਂ ਅਸੀਂ ਕਰਨ ਦੇਣੇ। ਕਿਉਂਕਿ ਮੇਰੇ ਨਾਂ ਦੇ ਨਾਲ ਇੱਕ ਸ਼ਬਦ ਹੋਰ ਲੱਗਿਆ ਹੋਇਆ ਸੀਗਾ, ਉਹ ਤੁਹਾਡੇ ਨਾਲ ਬਾਅਦ ਵਿੱਚ ਡਿਸਕਸ ਕਰੂੰਗੀ ਕਿ ਅਸੀਂ ਬਾਕੀ ਸਾਰੀਆਂ ਗੱਲਾਂ ਮਨਜ਼ੂਰ ਨੇ ਤੇ ਅਸੀਂ ਜਿੰਨੇ ਕੰਮ ਨੇ ਉਹ ਨਹੀਂ ਇਹਨੂੰ ਕਰਨ ਦੇਣੇ। ਪਰ ਮੇਰੀ ਫਾਦਰ ਸਾਹਿਬ ਦੇ ਨਾਲ ਇੱਕੋ ਹੀ ਗੱਲ ਹੁੰਦੀ ਸੀ ਕਿ ਮੈਂ ਸਾਰਾ ਕੁਝ ਛੱਡ ਸਕਦੀ ਹਾਂ, ਲੇਕਿਨ ਜਿਹੜੇ ਮੇਰੇ ਕੰਮ ਨੇ ਉਹ ਮੈਂ ਕਿਸੇ ਕੀਮਤ ਤੇ ਨਹੀਂ ਛੱਡ ਸਕਦੀ। ਮੇਰੇ ਫਾਦਰ ਸਾਹਿਬ ਜ਼ਿਆਦਾ ਬਿਮਾਰ ਰਹਿਣ ਲੱਗੇ। ਉਹਨਾਂ ਦਾ ਆਖਰੀ ਬਚਨ ਇਹੋ ਹੀ ਸੀਗਾ ਕਿ ਵੀ ਮੇਰੇ ਕੋਲੇ 7 ਦਿਨ ਪਹਿਲਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਕੋਲੇ 7 ਦਿਨ ਨੇ, 8ਵਾਂ ਦਿਨ ਨਹੀਂ ਹੈਗਾ। ਜੋ ਮੈਂ ਕਹਿ ਰਿਹਾ ਉਹਨਾਂ ਨੂੰ ਸੱਚ ਸਮਝਣਾ, ਤੁਹਾਡੇ ਨਾਲ ਸਭ ਕੁਝ ਹੋਣਾ ਹੈ। ਚਲੋ ਸੁਣਦੇ ਰਹੇ ਜੀ। ਆਖਿਰ ਉਹਨਾਂ ਦਾ ਲਾਸਟ ਬਚਨ ਸੀ ਮੇਰੇ ਲਈ, ਤੂੰ ਵਿਆਹ ਕਰਾਉਣਾ ਆ ਜਾਂ ਨਹੀਂ ਕਰਾਉਣਾ ਇਹ ਤੇਰੇ ਤੇ ਡਿਪੈਂਡ ਕਰਦਾ, ਲੇਕਿਨ ਆਸ਼ਰਮ ਕਿਸੇ ਕੀਮਤ ਤੇ ਬੰਦ ਨਹੀਂ ਹੋਣਾ ਚਾਹੀਦਾ। ਪਰ ਉਹ ਸਮਾਂ ਸਾਡੇ ਤੇ ਇੰਨੀ ਜਲਦੀ ਆਊਗਾ ਇਹ ਸੋਚਿਆ ਨਹੀਂ ਸੀਗਾ, ਕਿਉਂਕਿ ਫਾਦਰ ਸਾਹਿਬ ਦੇ ਹੁੰਦਿਆਂ ਤੇ ਸਿਰਫ ਇੰਨਾ ਕੀ ਸੀਗਾ, ਰੋਟੀਆਂ ਪਕਾਈਆਂ, ਬਜ਼ੁਰਗਾਂ ਨੂੰ ਖਵਾਈਆਂ, ਕੱਪੜੇ ਧੋਤੇ, ਸਫਾਈ ਕੀਤੀ, ਨਵਾਇਆ ਧਵਾਇਆ, ਬਸ ਇੱਥੇ ਤੱਕ ਸੀਮਤ ਸੀ ਅਸੀਂ। ਇਹ ਨਹੀਂ ਸੀ ਪਤਾ ਵੀ ਕਿੱਥੋਂ ਆਉਣੇ ਆ ਤੇ ਕਿੱਥੋਂ ਲੈ ਕੇ ਆਉਣੇ ਆ, ਇਹਦੇ ਬਾਰੇ ਕੋਈ ਉਹ ਨਹੀਂ ਸੀਗਾ। ਅਚਾਨਕ ਉਹ ਮੰਦਭਾਗਾ ਦਿਨ 22 ਫਰਵਰੀ 2005 ਦਿਨ ਮੰਗਲਵਾਰ ਸਵੇਰ ਦੇ 4:15 ਵਜੇ ਉਹ ਸਾਨੂੰ ਸਾਰਿਆਂ ਨੂੰ ਹੀ ਇਸ ਫਾਨੀ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਈ। ਫਾਦਰ ਸਾਹਿਬ ਦਾ ਸੰਸਕਾਰ ਹੋਣ ਲੱਗਿਆ ਤੇ ਕੁਝ ਪਰਸਨ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਤੁਹਾਡੇ ਨਾਲ ਬਹਿੰਦੇ ਇਕੱਠੇ ਹਮੇਸ਼ਾ ਖਾਂਦੇ ਆ, ਲੇਕਿਨ ਜੜਾਂ ਦੇ ਵਿੱਚ ਨਾ ਹਮੇਸ਼ਾ ਦਾਤੀ ਫਿਰਦੇ ਆ। ਤੇ ਉਹ ਗੱਲਾਂ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ ਜੀ ਸੰਸਕਾਰ ਤੋਂ ਪਹਿਲਾਂ ਹੀ। ਤੇ ਫਾਦਰ ਸਾਹਿਬ ਦਾ ਮੇਰੇ ਦਾ ਹੀ ਸੀਗਾ ਵੀ ਜਿੰਨਾ ਵੀ ਮੇਰਾ ਕਿਰਿਆ ਕਰਮ ਆ ਉਹ ਸਾਰਾ ਕੁਝ ਤੁਸੀਂ ਕਰਨਾ। ਅਸੀਂ 4 ਸਿਸਟਰਾਂ ਜੀ, ਮੇਰਾ ਬ੍ਰਦਰ ਛੋਟਾ ਆ ਤੇ ਵੀ ਸਾਰਾ ਕੁਝ ਤੁਸੀਂ ਕਰਨਾ। ਬ੍ਰਦਰ ਉਦੋਂ ਬਹੁਤ ਛੋਟਾ ਸੀਗਾ। ਸੰਸਕਾਰ ਤੇ ਜਦੋਂ ਉਹਨਾਂ ਦੀ ਚਿਖਾ ਬਲ ਰਹੀ ਸੀ, ਬਸ ਉਸ ਟਾਈਮ ਤੇ ਇਹ ਸਹੁੰ ਪਾ ਲਈ ਸੀਗੀ ਕਿ ਅੱਜ ਤੋਂ ਬਾਅਦ ਵਿੱਚ ਆਪਣੇ ਆਪ ਨੂੰ ਆਸ਼ਰਮ ਨੂੰ ਸਮਰਪਿਤ ਕਰਨਾ, ਆਪਣੀ ਲਾਈਫ ਬਾਰੇ ਨਹੀਂ ਸੋਚਣਾ ਜੀ। ਸਿਰਫ ਜੋ ਲਾਈਫ ਹੈਗੀ ਆ ਇਹ ਲੋਕਾਂ ਦੀ ਸੇਵਾ ਵਿੱਚ ਹੀ ਲਾਉਣੀ ਆ। ਚਲੋ ਟਾਈਮ ਨਿਕਲਿਆ ਜੀ। ਫਾਦਰ ਸਾਹਿਬ ਹਲੇ ਰਸਤੇ ਦੇ ਵਿੱਚ ਹੀ ਤੁਰੇ ਜਾ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਰਸਮਾਂ ਸ਼ੁਰੂ ਕੀਤੀਆਂ ਹੋਈਆਂ ਸੀਗੀਆਂ ਆਸ਼ਰਮ ਵੱਲੋਂ। ਅਸੀਂ ਮਾਰਚ ਦੇ ਵਿੱਚ ਨਾ ਹਰ ਸਾਲ ਵਿਆਹ ਕਰਦੇ ਹਾਂ ਜੀ ਲੜਕੀਆਂ ਦੇ, ਔਰ ਉਹਦਾ ਟਾਈਮ ਸੀ ਜਿਹੜਾ 3 ਮਾਰਚ ਦਾ ਭੋਗ ਸੀ। ਮਾਰਚ ਲੰਘ ਗਈ ਤੇ ਅਸੀਂ ਉਹ ਲੜੀ ਨੂੰ ਤੋੜਨਾ ਨਹੀਂ ਸੀ ਚਾਹੁੰਦੇ। ਅਸੀਂ 6 ਅਪ੍ਰੈਲ ਨੂੰ 6 ਲੜਕੀਆਂ ਦੇ ਵਿਆਹ ਕੀਤੇ ਜੀ 2005 ਦੇ ਵਿੱਚ, ਡੈਡੀ ਦੀ ਡੈਥ ਤੋਂ ਸਿਰਫ 1.5 ਮਹੀਨਾ ਬਾਅਦ, ਜਦ ਕਿ ਲੋਕਾਂ ਦਾ ਚੁੱਲ੍ਹਾ ਚੱਲਣਾ ਬਹੁਤ ਔਖਾ ਹੋ ਜਾਂਦਾ ਜੀ। ਉਹ ਲੋਕ, ਜਿਹੜਾ ਬੰਦਾ ਸਾਨੂੰ ਕਹਿੰਦਾ ਸੀ ਨਾ ਵੀ ਮੈਂ ਵਿਆਹਾਂ ਤੇ 2 ਬੋਰੀਆਂ ਆਲੂਆਂ ਦੀਆਂ ਦਿੰਦਾ, ਤੇ ਉਹ ਕਹਿੰਦਾ ਜੀ ਮੈਂ ਐਤਕੀ ਆਲੂ ਨਹੀਂ ਦੇਣੇ। ਇਹ ਮਾਂ ਧੀ ਦੇਖਦੀਆਂ ਕਿਵੇਂ ਵਿਆਹ ਕਰਦੀਆਂ ਨੇ। ਪਰ ਮੇਰੇ ਫਾਦਰ ਸਾਹਿਬ ਹਮੇਸ਼ਾ ਹੀ ਕਹਿੰਦੇ ਸੀ ਹਿੰਮਤ ਨਹੀਂ ਛੱਡਣੀ, ਹੌਸਲਾ ਨਹੀਂ ਛੱਡਣਾ, ਤੇ ਬਾਕੀ ਮਾਲਕ ਆਪੇ ਹੀ ਕਰਦਾ ਸਾਰਾ ਕੁਝ। ਅਸੀਂ ਵਿਆਹ ਕੀਤੇ ਜੀ 6 ਤੇ ਮੇਰੇ ਕੋਲੇ ਨਾ 3 ਬੋਰੀਆਂ ਆਲੂਆਂ ਦੀਆਂ ਬਚ ਗਈਆਂ। ਤੇ ਮੈਨੂੰ ਨਾਲ ਜਿਹੜੇ ਸਾਡੇ 2-4 ਬੰਦੇ ਹੋਰ ਸੀ ਉਹ ਮੈਨੂੰ ਕਹਿਣ ਲੱਗੇ ਆ ਜਿਹੜੀਆਂ 3 ਬੋਰੀਆਂ ਬਚੀਆਂ ਨਾ ਉਹਨਾਂ ਦੇ ਘਰੇ ਸਿੱਟਿਆ ਹੋ ਜਾ ਕੇ।
ਚਲੋ ਮਜ਼ਾਕ ਕਰਦੇ ਸੀ। ਚਲੋ ਟਾਈਮ ਲੰਘਦਾ ਗਿਆ ਜੀ। ਫਾਦਰ ਸਾਹਿਬ ਅੱਖਾਂ ਦੇ ਕੈਂਪ ਹੀ ਲਾਉਂਦੇ ਸੀਗੇ ਤੇ ਵਿਆਹ ਕਰਦੇ ਸੀ। ਉਸ ਤੋਂ ਬਾਅਦ ਵਿੱਚ ਅਸੀਂ ਟਾਈਮ ਬੀਤਦਾ ਗਿਆ ਜੀ। ਅਸੀਂ ਅੱਖਾਂ ਦੇ ਕੈਂਪ ਲਾਉਣੇ ਸ਼ੁਰੂ ਕੀਤੇ, ਦੰਦਾਂ ਦੇ ਕੈਂਪ ਲਾਉਣੇ ਸ਼ੁਰੂ ਕਰਤੇ, ਬਲੱਡ ਡੋਨੇਟ ਕੈਂਪ ਸ਼ੁਰੂ ਕੀਤਾ, ਜਨਰਲ ਚੈੱਕਅਪ ਕੈਂਪ ਸ਼ੁਰੂ ਕੀਤੇ। ਸਾਡਾ ਇੱਕ ਸਕੂਲ ਚੱਲਦਾ ਜੀ ਝੁੱਗੀ ਝੌਂਪੜੀ ਦੇ ਬੱਚੇ, ਨਰਸਰੀ ਟੂ 5th, ਜਿਹਦੇ ਵਿੱਚ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਪੈਨਸਲ, ਰਬੜ ਸ਼ਾਰਪਨਰ, ਸਾਲ ਦੇ ਵਿੱਚ 2 ਵਾਰੀ ਸ਼ੂਜ਼, ਕੋਟੀਆਂ, ਹਰ ਚੀਜ਼ ਅਸੀਂ ਬਿਲਕੁਲ ਫ੍ਰੀ ਦਿੰਦੇ ਹਾਂ ਬੱਚਿਆਂ ਨੂੰ, ਦਾਨੀ ਸੱਜਣਾ ਤੋਂ ਲੈ ਕੇ। ਔਰ ਕੋਈ ਫੀਸ ਨਹੀਂ ਹੈਗੀ ਬੱਚਿਆਂ ਦੀ, ਤੇ ਕੋਈ ਦਾਖਲਾ ਨਹੀਂ ਹੈਗਾ ਜੀ। ਔਰ ਹਰ ਸਾਲ ਅਸੀਂ ਵਾਤਾਵਰਣ ਸੁਧਾਰ ਲਹਿਰ ਚਲਾਈ ਹੋਈ ਆ, ਤੇ ਉਹਦੇ ਥਰੂ ਅਸੀਂ ਸਿਰਫ ਫਲਦਾਰ ਬੂਟੇ ਵੰਡਦੇ ਹਾਂ ਔਰ ਲੜਕੀਆਂ ਦੇ ਵਿਆਹ ਕਰਦੇ ਹਾਂ। ਇਹ ਜਿਹੜਾ ਕੰਮ ਸੀ ਨਾ, ਰੂਟੀਨ ਵਾਈਜ਼ ਚੱਲਦਾ ਗਿਆ। ਅਖਬਾਰਾਂ ਦੇ ਵਿੱਚ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਹਰ ਮੰਥ 3-4 ਨਿਊਜ਼ ਲੱਗ ਜਾਣੀਆਂ। ਕੁਝ ਲੋਕ ਮਜ਼ਾਕ ਤੌਰ ਤੇ ਕਹਿਣ ਲੱਗੇ, ਰਵੀ ਵੋਟਾਂ 'ਚ ਖੜਨ ਦਾ ਵਿਚਾਰ ਤਾਂ ਨਹੀਂ ਹੈਗਾ, ਰਾਜਨੀਤੀ 'ਚ ਆਉਣ ਦਾ ਵਿਚਾਰ ਤਾਂ ਨਹੀਂ ਹੈਗਾ। ਰਾਜਨੀਤੀ ਨਾ ਸੋਚਣਾ ਤੇ ਨਾ ਸੋਚਿਆ, ਤੇ ਨਾ ਹੀ ਉਹਦੇ ਵਿੱਚ ਜਾਣਾ ਹੈ। ਕੁਝ ਪਰਸਨ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਮੇਰੇ ਨਾਮ ਤੋਂ ਇੰਨੀ ਕੁ ਜੈਲਸੀ ਸੀ ਕਿ ਮੈਂ ਦੱਸ ਨਹੀਂ ਸਕਦੀ। ਉਹਨਾਂ ਨੇ ਜਿੰਨੀ ਕੁ ਅਖਬਾਰ ਦੇ ਵਿੱਚ ਖਬਰ ਲੱਗਣੀ, ਉਹਦਾ ਇੰਨਾ ਕੁ ਨੈਗੇਟਿਵ ਰੂਪ ਦੇਣਾ ਮੈਨੂੰ। ਮੈਂ ਹਰ ਘਟੀਆ ਸ਼ਬਦ ਆਪਣੇ ਕੰਨੀ ਤੇ ਕੋਲ ਖੜ ਕੇ ਸੁਣਿਆ ਜੀ। ਹਰ ਗੰਦਾ ਸ਼ਬਦ, ਹਰ ਮਾੜਾ ਸ਼ਬਦ ਮੈਂ ਕੰਨੀ ਸੁਣਿਆ ਆਪਦੇ ਕੋਲ ਖੜ ਕੇ। ਇੱਕ ਦਿਨ ਉਹਨਾਂ ਦਾ ਮਕਸਦ ਇਹ ਸੀਗਾ ਕਿ ਅਸੀਂ, ਜਦੋਂ ਵੀ ਉਹਨਾਂ ਨੇ ਮੈਨੂੰ ਕਹਿਣਾ ਅਸੀਂ ਆਸ਼ਰਮ ਨਹੀਂ ਚੱਲਣ ਦੇਣਾ, ਅਸੀਂ ਆਸ਼ਰਮ ਬੰਦ ਕਰਨਾ, ਤੇ ਜਿਵੇਂ ਮਰਜ਼ੀ ਹੋ ਜੇ ਅਸੀਂ ਤਾਲਾ ਲਵਾਉਣਾ ਆਸ਼ਰਮ ਨੂੰ। ਇੱਕ ਦਿਨ ਤੇ ਇਹੋ ਜਿਹਾ ਆਇਆ ਜੀ ਕਿ ਅਸੀਂ ਆਫਿਸ 'ਚ ਬੈਠੇ ਸੀ ਤੇ ਮੇਰੀ ਬਾਂਹ ਫੜ ਕੇ ਬਾਹਰ ਕੱਢਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ। ਮੈਂ ਕਾਨੂੰਨੀ ਲੜਾਈਆਂ ਵੀ ਲੜਦੀ ਰਹੀ ਹਾਂ ਕਿ ਆਸ਼ਰਮ ਨਹੀਂ ਚਲਾਉਣਾ। ਜਦੋਂ ਅਸੀਂ ਆਸ਼ਰਮ ਸ਼ੁਰੂ ਕਰਨਾ ਸੀ, ਉਸ ਟਾਈਮ ਤੇ ਵੀ ਕੁਝ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਜੀ, ਸਾਡੇ ਘਰਾਂ 'ਚ ਬਜ਼ੁਰਗ ਆਇਆ ਕਰਨਗੇ, ਇਹ ਗੰਦ ਪਾਉਣਗੇ, ਅਸੀਂ ਇੱਥੇ ਆਸ਼ਰਮ ਨਹੀਂ ਬਣਾਉਣ ਦੇਣਾ। ਚਲੋ ਹੌਲੀ ਹੌਲੀ ਕੁਝ ਸੂਝਵਾਨ ਪਰਸਨ ਸੀਗੇ ਜਿਹੜੇ ਸਾਡੇ ਨਾਲ ਤੁਰੇ ਹੋਏ, ਉਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ ਮੈਨੂੰ। ਜਿਸ ਦਿਨ ਉਹਨਾਂ ਨੇ ਮੇਰੀ ਬਾਂਹ ਫੜ ਕੇ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਨਾ, ਤੇ ਉਸ ਦਿਨ ਤੇ ਮੇਰੀ ਮੰਮੀ ਨੇ ਵੀ ਮੇਰੇ ਮੂਹਰੇ ਹੱਥ ਬੰਨ੍ਹਤੇ ਕਿ ਤੇਰੇ ਮੂਹਰੇ ਬੰਨੇ ਹੱਥ, ਇਹ ਸਾਰੇ ਕੰਮ ਛੱਡ ਦੇ, ਬਾਕੀ ਜਿਹੜਾ ਕੁਛ ਮਰਜ਼ੀ ਕਰ ਲੈ। ਮੈਂ ਮੰਮੀ ਨੂੰ ਇੱਕੋ ਹੀ ਗੱਲ ਬੋਲੀ ਸੀਗੀ ਕਿ ਮੈਂ ਘਰ ਛੱਡ ਸਕਦੀ ਹਾਂ, ਲੇਕਿਨ ਆਸ਼ਰਮ ਨਹੀਂ ਛੱਡ ਸਕਦੀ ਕਿਸੇ ਵੀ ਕੀਮਤ ਤੇ। ਔਰ ਉਹ ਪਲ ਮੈਂ ਕਿਵੇਂ ਗੁਜ਼ਾਰੇ ਮੈਨੂੰ ਪਤਾ ਜੀ। ਬਜ਼ੁਰਗਾਂ ਦੀ ਸੇਵਾ ਕਰਨਾ ਕੋਈ ਔਖਾ ਕੰਮ ਨਹੀਂ ਹੈਗਾ ਮੇਰੇ ਲਈ। ਉਹਨਾਂ ਨੂੰ ਰੋਟੀ ਦੇਣਾ, ਕੱਪੜੇ ਸਾਫ਼ ਕਰਨੇ ਕੋਈ ਔਖਾ ਕੰਮ ਨਹੀਂ। ਪਰ ਉਹਨਾਂ ਦਾ ਜਦੋਂ ਉਹ ਕਿਰਿਆ ਨਹੀਂ ਸੋਧ ਸਕਦੇ ਨਾ, ਉਹਨਾਂ ਦਾ ਲੈਟਰਿਨ ਬਾਥਰੂਮ ਮੰਜਿਆਂ ਤੇ ਆ, ਉਹ ਬਹੁਤ ਔਖਾ ਕੰਮ ਹੈ ਜੀ। ਔਰ ਅੱਜ ਦੀ ਡੇਟ 'ਚ ਵੀ ਮੇਰੇ ਕੋਲ ਹੈ ਬਜ਼ੁਰਗ। ਮੇਰੇ ਕੋਲੇ 23 ਸਾਲਾਂ ਦੇ ਵਿੱਚ ਅੱਜ ਤੱਕ ਕੋਈ ਲੇਡੀ ਕੱਪੜੇ ਧੋਣ ਨਹੀਂ ਲੱਗੀ। ਮੈਨੂੰ 10 ਦਸੰਬਰ ਨੂੰ 24ਵਾਂ ਸਾਲ ਲੱਗ ਗਿਆ। ਅੱਜ ਤੱਕ ਮੇਰੇ ਕੋਲੇ ਕੋਈ ਲੇਡੀ ਕੱਪੜੇ ਧੋਣ ਨਹੀਂ ਲੱਗੀ। ਨਹੀਂ, ਬਜ਼ੁਰਗਾਂ ਦੇ ਕੱਪੜਿਆਂ 'ਚੋਂ ਬਾਥਰੂਮ ਦੀ ਸਮੈਲ ਆਉਂਦੀ ਆ ਜੀ, ਅਸੀਂ ਅੰਦਰ ਨਹੀਂ ਜਾਣਾ ਜੀ। ਅਕਸਰ ਹੁਣ ਬਜ਼ੁਰਗ ਨੇ ਜਿਹੜੇ 80-90 ਸਾਲ ਦੇ ਹੋ ਗਏ, ਉੱਠਦਿਆਂ ਬਹਿੰਦਿਆਂ ਮਾੜਾ ਮੋਟਾ ਬਾਥਰੂਮ ਨਿਕਲ ਜਾਂਦਾ ਜੀ। ਬਜ਼ੁਰਗਾਂ ਦੀ ਆਲਰੇਡੀ ਪ੍ਰੋਬਲਮ ਹੁੰਦੀ ਹੈ। ਪਰ ਮੈਂ ਬਜ਼ੁਰਗਾਂ ਨਾਲ ਬਹੁਤ ਹੀ ਵਧੀਆ ਮਾਹੌਲ ਰੱਖਿਆ ਹੋਇਆ ਜੀ। ਉਹ ਹਰ ਗੱਲ ਮੇਰੇ ਨਾਲ ਸ਼ੇਅਰ ਕਰਦੇ ਆ, ਹਰ ਗੱਲ ਮੇਰੇ ਨਾਲ ਸ਼ੇਅਰ ਕਰਦੇ ਆ। ਬਜ਼ੁਰਗਾਂ ਦਾ ਅੰਤਿਮ ਸੰਸਕਾਰ ਕਰਨਾ, ਫਾਦਰ ਸਾਹਿਬ ਨੇ ਮੈਨੂੰ ਕੋਲ ਖੜਾਉਣਾ ਜੀ ਆਪਣੇ। ਇਹਨਾਂ ਨੂੰ ਦੇਖੋ ਕਿਵੇਂ ਮੱਚਦਾ, ਇਹ ਕਿਵੇਂ ਜਲਦਾ, ਉਹ ਕਿਵੇਂ ਪਿਘਲਦਾ। ਔਰ ਨਾਲ ਮੈਨੂੰ ਹਿੰਮਤ ਵੀ ਦਿੰਦੇ ਰਹੇ ਆ ਕਿ ਤੂੰ ਡਰਨਾ ਨਹੀਂ, ਘਬਰਾਉਣਾ ਨਹੀਂ, ਬਿਲਕੁਲ ਨਹੀਂ। ਤੈਨੂੰ ਜੋ ਕੋਈ ਬੋਲੀ ਜਾਵੇ, ਤੈਨੂੰ ਕੋਈ ਵੀ ਕੁਛ ਕਵੇ, ਬਸ ਇੱਕੋ ਹੀ ਟਾਰਗੇਟ ਰੱਖਣਾ, ਤੇਰਾ ਫੋਕਸ ਕੀ ਆ ਕਿ ਮੈਂ ਸੇਵਾ ਕਰਨੀ ਆ, ਬਸ ਧਿਆਨ ਉੱਥੇ ਹੀ ਰੱਖਣਾ। ਤੇ ਤੇਰੇ ਪਿੱਛੇ ਕੌਣ ਆ ਤੇ ਕੀ ਬੋਲ ਰਹੇ ਆ, ਉਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ। ਮੇਰੇ ਫਾਦਰ ਸਾਹਿਬ ਬਹੁਤ ਹਿੰਮਤੀ, ਦਲੇਰੀ ਤੇ ਧਾਰਮਿਕ ਖਿਆਲਾਂ ਦੇ ਸੀ। ਔਰ ਸਾਡਾ ਪਰਿਵਾਰਕ ਮਾਹੌਲ ਜਿਹੜਾ ਹੈਗਾ ਬਹੁਤ, ਮੈਂ ਮੰਮੀ ਨੂੰ ਜਾਂ ਡੈਡੀ ਨੂੰ ਕਦੀ ਇਹ ਨਹੀਂ ਕਿਹਾ ਵੀ ਇਹ ਸਾਡੇ ਮੰਮੀ ਜਾਂ ਡੈਡੀ ਨੇ। ਅਸੀਂ ਫਰੈਂਡਲੀ ਤੌਰ ਤੇ ਇੱਕ ਦੂਸਰੇ ਨਾਲ ਗੱਲ ਕਰਦੇ ਹਾਂ ਜੀ। ਬਜ਼ੁਰਗਾਂ ਦਾ ਰੋਟੀ ਪਾਣੀ ਚੱਲਦਾ ਗਿਆ ਜੀ।
ਅੰਤਮ ਸੰਸਕਾਰ ਹੁੰਦਾ। ਇਹਨਾਂ ਹੱਥਾਂ ਨਾਲ ਮੈਂ ਪਤਾ ਨਹੀਂ ਕਿੰਨੇ ਕੁ ਬਜ਼ੁਰਗਾਂ ਦਾ ਸੰਸਕਾਰ ਕਰ ਚੁੱਕੀ ਹਾਂ ਜੀ, ਗਿਣਤੀ ਨਹੀਂ ਹੈਗੀ। ਤੇ ਹੁਣ ਤੱਕ ਕਿੰਨੀਆਂ ਕੁ ਲੜਕੀਆਂ ਦੇ ਅਸੀਂ ਵਿਆਹ ਕਰ ਚੁੱਕੇ ਹਾਂ, ਨਹੀਂ ਪਤਾ ਜੀ, ਗਿਣਤੀ ਨਹੀਂ ਹੈਗੀ। 200 ਤੋਂ ਦੇ ਵੱਧ ਹੋ ਗਏ ਹੋਣਗੇ। ਅਕਸਰ ਲੋਕ ਮੈਨੂੰ ਟੀਚਰਾਂ ਕਰਦੇ ਆ ਕਿ ਤੂੰ ਵਿਆਹ ਕਦੋਂ ਦਿਖਾਉਣਾ। ਮੈਂ ਉਹੀ ਕਹਿੰਦੀ ਹੁੰਦੀ ਹਾਂ ਕਿ ਮੈਂ ਤੇ 23 ਸਾਲ ਪਹਿਲਾਂ ਵਿਆਹ ਕਰਵਾ ਚੁੱਕੀ ਹਾਂ ਜੀ। ਨਹੀਂ, ਤੂੰ ਸਾਨੂੰ ਸੱਦਿਆ ਨਹੀਂ ਹੈਗਾ, ਤੂੰ ਸਾਨੂੰ ਦੱਸਿਆ ਨਹੀਂ ਹੈਗਾ, ਵੀ ਤੁਹਾਨੂੰ ਪਤਾ ਹੀ ਨਹੀਂ ਚੱਲਿਆ ਹੈਗਾ। ਮੈਂ ਸੱਦਿਆ ਹੀ ਨਹੀਂ ਹੈਗਾ ਕਿਸੇ ਨੂੰ ਵਿਆਹ ਦੇ ਵਿੱਚ, ਤੁਹਾਨੂੰ ਕੀ ਦੱਸਣਾ ਸੀਗਾ। ਮੈਂ ਆਲਰੇਡੀ ਆਸ਼ਰਮ ਨਾਲ ਵਿਆਹ ਕਰਵਾ ਚੁੱਕੀ ਹਾਂ, ਠੀਕ ਹੈ। ਤੇ ਬੱਚੇ ਮੇਰੇ ਅੱਜ ਜਿੰਨੇ ਇੱਥੇ ਬੈਠੇ ਨੇ ਇਹ ਸਾਰੇ ਮੇਰੇ ਬੱਚੇ ਨੇ, ਚਾਹੇ ਵੱਡੇ ਆ ਚਾਹੇ ਛੋਟੇ ਆ, ਚਾਹੇ ਉਹ 90 ਸਾਲ ਦੇ ਆ, ਉਹ ਸਾਰੇ ਮੇਰੇ ਬੱਚੇ ਨੇ ਜੀ। ਇੱਕ ਬਜ਼ੁਰਗ ਮੇਰੇ ਕੋਲ ਆਇਆ, ਬਜ਼ੁਰਗਾਂ ਨੂੰ ਕਈਆਂ ਨੂੰ ਆਦਤ ਹੁੰਦੀ ਆ, ਪੁੱਤਰ ਤੇਰਾ ਵਿਆਹ ਕਾਹਤੋਂ ਨਹੀਂ ਹੋਇਆ? ਕਰਵਾਇਆ ਨਹੀਂ ਜਾਂ ਹੋਇਆ ਨਹੀਂ? ਜੇ ਹੋਇਆ ਨਹੀਂ ਤੇ ਕਾਹਤੋਂ ਨਹੀਂ ਹੋਇਆ? ਜੇ ਕਰਵਾਇਆ ਨਹੀਂ ਤੇ ਕਾਹਤੋਂ ਨਹੀਂ ਕਰਵਾਇਆ? ਆਲਰੇਡੀ ਉਹ ਬਹੁਤ ਦੁਖੀ ਸੀ, ਆਇਆ ਮੇਰੇ ਕੋਲੇ ਉਹ ਰਹਿਣ ਦੀ ਖਾਤਰ ਸੀ। ਮੈਂ ਕਿਹਾ ਬਾਪੂ ਜੀ ਤੁਹਾਡੇ ਮੂੰਹ ਨਾਲ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ। ਆਲਰੇਡੀ ਤੁਸੀਂ ਕਿਹੜੀ ਸਿਚੁਏਸ਼ਨ ਤੋਂ ਲੰਘ ਰਹੇ ਹੋ ਮੈਂ ਤੁਹਾਡੀਆਂ ਅੱਖਾਂ 'ਚੋਂ ਦੇਖ ਰਹੀ ਹਾਂ। ਮੇਰੇ ਗੇਟ ਦੀ ਐਂਟਰੀ ਦੇ ਵਿੱਚ ਜਿਹੜਾ ਕੋਈ ਬੰਦਾ ਆ ਗਿਆ ਤੇ ਉਹਨੂੰ ਪੜ੍ਹਨਾ ਸਾਡਾ ਕੰਮ ਹੈ ਜੀ। ਆਸ਼ਰਮ ਦੇ ਵਿੱਚ ਸਾਡੇ ਕੋਲੇ ਪਹਿਲਾ ਬਜ਼ੁਰਗ ਜਿਹੜਾ ਆਇਆ ਜੀ ਠਾਕੁਰ ਦਾਸ ਸੀਗਾ, ਔਰ ਉਹ ਆਪਣੇ ਸਮੇਂ ਦੇ ਵਿੱਚ ਨਾ ਉਬਲਦੇ ਕੜਾਹੇ ਦੇ ਵਿੱਚ ਡਿੱਗ ਪਿਆ ਸੀ, ਔਰ ਉਹਦੀ ਹਾਲਤ ਇੰਨੀ ਕੁ ਮਾੜੀ ਸੀਗੀ ਕਿ ਮੈਂ ਦੱਸ ਨਹੀਂ ਸਕਦੀ ਉਹ ਫਿਜ਼ੀਕਲ ਤੌਰ 'ਤੇ ਕਿੱਦਾਂ ਦਾ ਸੀਗਾ ਉਹ, ਔਰ ਉਹ ਤੁਰ ਨਹੀਂ ਸੀ ਸਕਦਾ ਜੀ। ਉਹਨੇ ਹੌਲੀ ਹੌਲੀ ਰੁੜ ਕੇ ਗੇਟ ਦੇ ਵਿੱਚ ਆਉਣਾ। ਉਹ ਨਾ ਇੱਕ ਉਂਗਲ ਮੋਟੀ ਰੋਟੀ ਖਾਂਦਾ ਸੀ, ਸਿਰਫ ਇੱਕੋ ਹੀ ਖਾਣੀ ਹੁੰਦੀ ਸੀ ਉਹਨੇ। ਤੇ ਉਹਨੇ ਜਦੋਂ ਸ਼ਾਮ ਨੂੰ 6 ਸਵਾ 6 ਹੋ ਜਾਣੇ, ਉਹਨੇ ਰੋਟੀ ਦੀ ਖਾਤਰ ਜੇ ਅਸੀਂ ਲੇਟ ਹੋ ਜਾਣਾ 10 ਮਿੰਟ, ਉਹਨੇ ਰੁੜ ਕੇ ਨਾ ਗੇਟ 'ਚ ਆ ਜਾਣਾ ਕਰ, ਉਹ ਗੁਰਦਾਸ ਕੇ ਉਹ ਕਿੱਥੇ ਮਰ ਗਏ ਓਏ, ਸਾਰਾ ਟੱਬਰ ਕਿੱਥੇ ਗਿਆ? ਜਦੋਂ ਅਸੀਂ ਉਹਦੇ ਕੋਲੇ 15 ਕੁ ਮਿੰਟ ਬਾਅਦ ਰੋਟੀ ਲੈ ਕੇ ਜਾਣੀ, ਬਾਬਾ ਜੀ ਰੋਟੀ ਖਾ ਲਓ। ਅੱਛਾ, ਆਪ ਝੁਲਸਲੀਆਂ ਬਚੀ ਵੀ ਮੈਨੂੰ ਲਿਆਂਦੀ। ਤੇ ਅਸੀਂ ਬਜ਼ੁਰਗਾਂ ਦੀਆਂ ਗੱਲਾਂ ਦੇ ਵਿੱਚੋਂ ਇੰਨਾ ਕੁ ਇੰਜੋਏ ਕਰਦੀਆਂ ਨਾ ਜੀ, ਮੈਂ ਬਹੁਤ ਜ਼ਿਆਦਾ। ਇੱਕ ਬਜ਼ੁਰਗ ਸਾਡੇ ਕੋਲ ਆਇਆ, ਤਕਰੀਬਨ ਹਫ਼ਤਾ ਕੁ ਮੀਂਹ ਪੈਂਦੇ ਰਹੇ ਜੀ ਉਦੋਂ। ਉਹ ਬਜ਼ੁਰਗ ਨਾ ਹੱਥ ਪੈਰ ਸਾਰੇ ਉਹਦੇ ਗਲੇ ਹੋਏ। ਪਹਿਲਾਂ ਤੇ ਉਹਨੂੰ 10-15 ਦਿਨਾਂ ਦੇ ਵਿੱਚ ਉਹਨੂੰ ਦਵਾਈਆਂ ਦੇ ਕੇ ਠੀਕ ਕੀਤਾ। ਜਦੋਂ ਉਹ ਠੀਕ ਹੋ ਗਿਆ ਨਾ, ਹੌਲੀ ਹੌਲੀ ਰੁੜਨ ਲੱਗ ਗਿਆ। ਪੌੜੀਆਂ ਪਾ ਦੇ, ਕਹਿੰਦਾ ਕਿਤੇ ਜਾਬਾ ਨਾ ਬਣਾ ਲਈ। ਤੇ ਫਿਰ ਮੈਂ ਕਿਹਾ ਬਾਬਾ ਜੀ ਹੱਥ ਖਾਲੀ ਨਹੀਂ ਹੈਗਾ, ਵੀ ਚੱਲ ਕੋਈ ਨਾ ਤੁਸੀਂ ਸਿੱਧਾ ਕਰ ਦਿਓ। ਅੱਛਾ, ਸਿੱਧਾ ਵੀ ਕਰਤਾ, ਰੋਟੀ ਵੀ ਪਵਾਈ। ਪੁੱਤ ਗਲਤੀ ਹੋ ਗਈ, ਮਾਫ ਕਰ ਦੇ। ਆਕੜ ਵੀ ਤੇ ਨਿਮਰਤਾ ਵੀ। ਬਜ਼ੁਰਗਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ, ਬਹੁਤ ਜ਼ਿਆਦਾ। ਮੈਂ ਬਜ਼ੁਰਗਾਂ ਦੇ ਨਾਲ ਇੰਨਾ ਕਿ ਇੰਜੋਏ ਕਰਦੀ ਹਾਂ। ਮੈਂ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਕੱਲੇ ਬਜ਼ੁਰਗਾਂ ਕੋਲ ਹੁੰਦੀ ਹਾਂ ਜੀ। ਵੈਸੇ ਸਾਰਾ ਦਿਨ ਉੱਥੇ ਹੀ ਆ, ਪਰ ਮੈਂ 5 ਵਜੇ ਤੋਂ ਬਾਅਦ ਕਿਸੇ ਨੂੰ ਵੀ ਟਾਈਮ ਨਹੀਂ ਦਿੰਦੀ, ਤਾਂ ਕਿ ਮੈਂ ਸਿਰਫ ਜਿੰਨਾ ਮੇਰਾ ਟਾਈਮ ਆ ਉਹ ਸਿਰਫ ਮੇਰਾ ਬਜ਼ੁਰਗਾਂ ਲਈ ਟਾਈਮ ਆ। ਇੱਕ ਲੜਕਾ ਮੇਰੇ ਕੋਲੇ ਅੱਜ ਵੀ ਹੈਗਾ ਜੀ, ਉਹਦਾ ਮੇਰੇ ਖਿਆਲ 'ਚ 1 ਕੁਇੰਟਲ 30-40 ਕਿਲੋ ਵਜ਼ਨ ਸੀ ਉਸ ਟਾਈਮ 'ਤੇ ਜਦੋਂ ਮੇਰੇ ਕੋਲ ਆਇਆ। ਉਹਨੂੰ ਜਦੋਂ ਮੇਰੇ ਕੋਲੇ ਛੱਡ ਕੇ ਗਏ ਨਾ, ਉਹਦੀ ਪੂਰੀ ਬਾਡੀ ਦੇ ਵਿੱਚੋਂ ਪਾਣੀ ਸਿਮਦਾ ਸੀਗਾ। ਤੇ 2012 ਦੀ ਗੱਲ ਹੈ ਜੀ। ਮੈਂ ਹਮੇਸ਼ਾ ਨਾ ਆਪਣੇ ਬਰਥਡੇ 'ਤੇ ਬਲੱਡ ਡੋਨੇਟ ਕੈਂਪ ਲਾਉਂਦੀ ਹਾਂ। ਮੇਰੇ ਕੋਲੇ ਟੀਮ ਸੀ DMC ਹਸਪੀਟਲ ਦੀ, ਤੇ ਨਾਲ ਮੈਂ ਰਾਏਕੋਟ ਤੋਂ ਵੀ ਡਾਕਟਰ ਬੁਲਾਏ ਸੀ, ਅੰਮ੍ਰਿਤਸਰ ਤੋਂ ਸੀ ਮੇਰੇ ਕੋਲ, ਬਰਨਾਲੇ ਤੋਂ ਸੀ। ਮੈਨੂੰ ਕਹਿੰਦੇ ਰਵੀ ਜੇ ਇਹਨੂੰ ਤੂੰ 4 ਦਿਨ ਅੰਦਰ ਰੱਖ ਲਿਆ ਨਾ ਤੇ ਤੈਨੂੰ ਇਕੱਠਾ ਕਰਨਾ ਔਖਾ ਹੋ ਜਾਣਾ, ਕਹਿੰਦੇ ਆਲਰੇਡੀ ਫਟ ਜਾਣਾ ਸਾਰੇ ਨੂੰ। ਉਹ ਮੇਰੀਆਂ ਨਾ ਮਿੰਨਤਾਂ ਕਰੇ, ਮੇਰੇ ਪੈਰੀਂ ਹੱਥ ਲਾਵੇ, ਭੈਣ ਤੂੰ ਮੇਰੀ ਨਾ ਧਰਮ ਦੀ ਭੈਣ ਆ, ਮੈਨੂੰ ਬਚਾ ਲਾ। ਇੱਕ ਬੰਦਾ ਸਾਡਾ ਇਹੋ ਜਿਹਾ ਸੀਗਾ ਰਾਏਕੋਟ ਤੋਂ ਹੀ ਤੇ ਬਾਹਰੋਂ ਸੀਗਾ, ਰਵੀ ਇਹਨੂੰ ਨਾ ਬਾਹਰ ਕੱਢ, ਇਹਨੇ ਤੇਰੀ ਬੇਇੱਜ਼ਤੀ ਕਰਨੀ ਹੈ, ਤੇਰੀ ਬਦਨਾਮੀ ਕਰਾਉਣੀ ਹੈ। ਉਹਦੇ ਬਾਰੇ ਸ਼ਾਇਦ ਕੁਝ ਜਾਣਦਾ ਸੀਗਾ। ਇਹਨੂੰ ਜਿਵੇਂ ਮਰਜ਼ੀ ਕਰੇ, ਤੇਰੇ ਕੋਲ ਇੱਥੇ ਨਹੀਂ ਰਹਿਣਾ ਚਾਹੀਦਾ, ਇਹਨੂੰ ਬਾਹਰ ਕੱਢ। ਅੰਕਲ ਜੀ ਮੈਂ ਇਹਨੂੰ ਬਾਹਰ ਨਹੀਂ ਕੱਢ ਸਕਦੀ। ਉਹ ਮੇਰੇ ਪੈਰੀਂ ਹੱਥ ਲਾਉਂਦਾ ਕਿ ਤੂੰ ਮੇਰੀ ਧਰਮ ਦੀ ਭੈਣ ਆ ਤੇ ਤੂੰ ਮੈਨੂੰ ਬਚਾਉਣਾ ਆ। ਮੈਂ 2 ਦਿਨ ਇਹ ਗੱਲਾਂ ਸੋਚਦੀ ਰਹੀ ਜੀ। ਉਹ ਮੈਨੂੰ ਦਿਨ ਦੇ ਵਿੱਚ 5-6 ਵਾਰੀ ਪੁੱਛਿਆ ਕਰੀ, ਉਹਨੂੰ ਛੱਡਤਾ, ਉਹਨੂੰ ਬਾਹਰ ਕੱਢਤਾ।
ਮੈਂ ਕਿਹਾ ਅੰਕਲ ਜੀ ਇਹਨੇ ਫਿਰ ਮੇਰੇ ਕੋਲੇ ਵਾਪਸ ਆ ਜਾਣਾ, ਜੇ ਇਹਨੂੰ ਕੱਢੂੰਗੀ ਵੀ ਨਾ ਇਹਨੇ ਫਿਰ ਵਾਪਸ ਆਉਣਾ ਮੇਰੇ ਕੋਲ। ਨਹੀਂ, ਤੂੰ ਇਹਨੂੰ ਜਗਰਾਉਂ ਤੋਂ ਪਰੇ ਛੱਡਿਆ, ਇਹਨੂੰ ਨਕੋਦਰ ਤੋਂ ਪਰੇ ਛੱਡਿਆ, ਇਹਨੂੰ ਅੰਮ੍ਰਿਤਸਰ ਛੱਡਿਆ, ਜਿੱਥੋਂ ਵਾਪਸ ਨਾ ਆਵੇ। ਉਹ ਮੇਰੇ ਪੈਰੀ ਹੱਥ ਲਾਵੇ, ਉਹ ਕਹਿੰਦਾ ਤੂੰ ਬਾਹਰ ਕੱਢ। ਮੈਂ ਇੰਨੀ ਕੁ ਪਰੇਸ਼ਾਨ ਸੀ ਜੀ, ਮੈਂ 3 ਘੰਟੇ ਬੈਠ ਕੇ ਨਾ ਬਹੁਤ ਜ਼ਿਆਦਾ ਰੋਈ। ਫਿਰ ਫਾਦਰ ਸਾਹਿਬ ਦੀਆਂ ਉਹ ਗੱਲਾਂ ਮੇਰੇ ਕੰਨ 'ਚ ਇੰਨੀਆਂ ਕੁ ਪੈਂਦੀਆਂ, ਜੋ ਤੇਰੇ ਕੋਲੇ ਆਸ਼ਰਮ ਦੇ ਗੇਟ 'ਚ ਇੱਕ ਵਾਰੀ ਐਂਟਰੀ ਕਰ ਗਿਆ, ਉਹ ਕੋਈ ਆਸ ਲੈ ਕੇ ਆਇਆ, ਉਹ ਤੇਰੇ ਤੇ ਕੋਈ ਉਮੀਦ ਰੱਖ ਕੇ ਆਇਆ ਵੀ ਮੈਂ ਇੱਥੋਂ ਠੀਕ ਹੋਊਂਗਾ, ਤੇਰਾ ਕੰਮ ਹੈ ਸੇਵਾ ਕਰਨਾ। ਕੌਣ ਕੀ ਬੋਲ ਰਿਹਾ ਉਹਦੇ ਬਾਰੇ ਤੇ ਸੋਚਣਾ ਨਹੀਂ ਹੈਗਾ। ਜੇ ਅਸੀਂ ਲੋਕਾਂ ਦੀਆਂ ਸੋਚਾਂਗੇ ਵੀ ਲੋਕ ਸਾਨੂੰ ਕੀ ਬੋਲਣਗੇ, ਤੇ ਅਸੀਂ ਆਪਣੇ ਕੰਮ ਨਹੀਂ ਕਰ ਸਕਦੇ ਜੀ। ਅਸੀਂ ਕੰਮ ਆਪਣਾ ਤਾਂ ਹੀ ਕਰ ਸਕਦੇ ਹਾਂ, ਅਸੀਂ ਆਪਣੇ ਟਾਰਗੇਟ ਤੇ, ਅਸੀਂ ਆਪਣੇ ਫੋਕਸ ਤੇ ਤਦ ਹੀ ਪਹੁੰਚ ਸਕਦੇ ਹਾਂ ਜੇ ਅਸੀਂ ਲੋਕਾਂ ਨੂੰ ਛੱਡਾਂਗੇ। ਜੇ ਲੋਕ ਕੀ ਕਹਿ ਰਹੇ ਆ, ਜੇ ਉਹਨਾਂ ਗੱਲਾਂ 'ਚ ਪੈ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਉਹ ਤੇਰੇ ਕੋਲ ਆਇਆ, ਉਹ ਕਿਸੇ ਮਕਸਦ ਲਈ ਆਇਆ, ਉਹਨੂੰ ਠੀਕ ਕਰਨਾ ਤੇਰਾ ਕੰਮ ਹੈ, ਉਹਨੂੰ ਕਿਸੇ ਕੀਮਤ ਤੇ ਬਾਹਰ ਨਹੀਂ ਕੱਢਣਾ। ਮੈਂ ਅੱਖਾਂ ਪੂੰਝੀਆਂ ਬਾਹਰ ਆਈ। ਮੈਂ ਕਿਹਾ ਅੰਕਲ ਜੀ ਜਿਹੜਾ ਕੁਛ ਮਰਜ਼ੀ ਹੋ ਜੇ, ਜੋ ਜਿੰਨੀ ਮਰਜ਼ੀ ਬਦਨਾਮੀ ਹੋ ਜੇ, ਮੈਂ ਨਹੀਂ ਡਰਦੀ, ਮੈਂ ਨਹੀਂ ਘਬਰਾਉਂਦੀ। ਮੈਂ ਹਸਪੀਟਲ 'ਚ ਗੱਲ ਕੀਤੀ, ਡਾਕਟਰ ਸਾਹਿਬ ਨੂੰ ਗੱਲ ਕੀਤੀ। ਮੈਂ ਕਿਹਾ ਡਾਕਟਰ ਸਾਹਿਬ ਕੋਈ ਬੈੱਡ ਖਰਚਾ ਨਹੀਂ ਦੇਣਾ, ਕੁਛ ਨਹੀਂ ਦੇਣਾ, ਤੁਸੀਂ ਮੈਨੂੰ ਦਵਾਈ ਦੱਸੋ ਕਿਹੜੀ ਚਾਹੀਦੀ ਆ, ਤੇ ਦਵਾਈ ਤੁਹਾਡੇ ਕੋਲੇ ਪਹੁੰਚ ਜੂਗੀ, ਜੋ ਤੁਸੀਂ ਟ੍ਰੀਟਮੈਂਟ ਕਰਨਾ ਮੈਂ ਕਿਸੇ ਤੋਂ ਵੀ ਲੈ ਕੇ ਦੇਵਾਂ। ਐਡਮਿਟ ਕਰਵਾਤਾ ਜੀ। 7 ਦਿਨਾਂ ਬਾਅਦ ਉਹ ਪੇਸ਼ੈਂਟ ਕੰਧਾਂ 'ਚ ਸਿਰ ਮਾਰਨ ਲੱਗ ਗਿਆ, ਸ਼ੀਸ਼ਿਆਂ 'ਚ ਸਿਰ ਮਾਰਨ ਲੱਗ ਗਿਆ, ਮੈਂਟਲ ਹੋ ਗਿਆ ਜੀ। ਇੱਥੋਂ ਤੱਕ ਕਿ ਉਹ 11ਵੇਂ ਦਿਨ ਬਿਨਾਂ ਕੱਪੜਿਆਂ ਤੋਂ ਉਹ ਗਲੀ ਜਿੱਥੇ ਮੇਰਾ ਆਸ਼ਰਮ ਆ ਉੱਥੇ ਤੁਰਿਆ ਫਿਰੇ ਜੀ। ਤੇ ਮੇਰੇ ਪੈਰਾਂ ਥੱਲਿਓਂ ਨਾ, ਸਵੇਰ ਦਾ 7 ਵਜੇ ਦਾ ਟਾਈਮ, ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਵੀ ਉਹ ਲੋਕ ਜਿਹੜੇ ਕਹਿੰਦੇ ਜੀ ਅਸੀਂ ਇੱਥੇ ਆਸ਼ਰਮ ਨਹੀਂ ਬਣਨ ਦੇਣਾ, ਬਜ਼ੁਰਗ ਗੰਦ ਪਾਉਣਗੇ, ਸਾਡਾ ਇਹ ਹੋਊਗਾ ਜੇ ਹੋਊਗਾ। ਤੇ ਮੈਂ ਕਿਹਾ ਅੱਜ ਤੇ ਮੇਰੀ ਵਾਕਈ ਖੈਰ ਨਹੀਂ ਹੈਗੀ। ਮੈਂ ਫਟਾਫਟ ਇੱਕ ਮੁੰਡੇ ਨੂੰ ਲਿਆ, ਉਹਦੇ ਤੇ ਕੰਬਲ ਪਾਇਆ, ਉਹਨੂੰ ਕਮਰੇ 'ਚ ਲੈ ਕੇ ਆਈ। ਉਹਨੂੰ ਮੈਂ ਉੱਥੇ ਤਕਰੀਬਨ 15 ਦਿਨ ਤਾਲਾ ਲਾ ਕੇ ਰੱਖਿਆ ਜੀ। ਅੱਜ ਵੀ ਮੇਰੇ ਕੋਲ ਹੈਗਾ। ਨਾਲ ਹੀ ਮੈਂ ਅਗਲੇ ਦਿਨ ਮੈਂਟਲ ਹਸਪੀਟਲ ਤੋਂ ਦਵਾਈ ਸ਼ੁਰੂ ਕੀਤੀ। ਔਰ ਜਿਹੜਾ ਮੈਂਟਲ ਪੇਸ਼ੈਂਟ ਹੁੰਦਾ ਨਾ ਜੀ, ਉਹਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਹੋ ਜਾਂਦਾ। ਉਹ ਇੱਕ ਤਾਂ ਨਹੀਂ 4-4 ਬੰਦਿਆਂ ਦਾ ਜ਼ੋਰ ਹੋ ਜਾਂਦਾ ਉਹਦੇ ਵਿੱਚ। ਔਰ ਮੈਂ 4 ਜਣਿਆਂ ਨੂੰ ਕੋਲ ਖੜਾ ਕੇ ਨਾ ਜੀ ਫੇਰ ਉਹਦੇ ਮੂੰਹ ਦੇ ਵਿੱਚ ਦਵਾਈ ਘੋਲ ਕੇ ਪਾਉਣੀ। ਪਰ ਮਾਲਕ ਦੀ ਇੰਨੀ ਕੁ ਕਿਰਪਾ ਕਿ ਉਹ 15 ਦਿਨਾਂ ਬਾਅਦ ਠੀਕ ਹੋ ਗਿਆ। ਪਰ ਇਹ ਦਵਾਈ ਜਿੰਨਾ ਟਾਈਮ ਉਹ ਹੈ ਓਨਾ ਟਾਈਮ ਉਹਦੀ ਦਵਾਈ ਚੱਲਦੀ ਰਹਿਣੀ ਆ। ਪਰ ਅੱਜ ਮੇਰੇ ਨਾਲ ਸਾਰਾ ਕੰਮ ਕਰਵਾਉਂਦਾ ਜੀ ਉਹ। ਤੇ ਇੱਕ ਬੱਚਾ ਸਾਡੇ ਕੋਲ ਉੱਥੇ, ਤੇ ਉਹਨੂੰ ਬਿਲਕੁਲ ਤੁਰਨਾ ਨਹੀਂ ਸੀ ਆਉਂਦਾ ਨਾ। ਪਹਿਲਾਂ ਉਹਨੂੰ ਤੁਰਨਾ ਸਿਖਾਇਆ, ਹੁਣ ਕੋਸ਼ਿਸ਼ ਕਰਦੇ ਹਾਂ ਵੀ ਉਹਨੂੰ ਬੋਲਣਾ ਸਿਖਾ ਦਈਏ। ਕਾਫੀ ਹੱਦ ਤੱਕ ਉਹ ਬੋਲਣ ਲੱਗ ਗਿਆ ਜੀ। ਇਸ ਤੋਂ ਇਲਾਵਾ ਜੀ ਮੈਂ ਥੀਏਟਰ ਕਰਦੀ ਹਾਂ। ਥੀਏਟਰ ਵੀ ਮੇਰਾ ਪੈਰਲਰ ਚੱਲ ਰਿਹਾ ਜੀ ਨਾਲ। ਥੀਏਟਰ ਦਾ ਵੀ ਇੰਨਾ ਕੁ ਜਨੂਨ ਕਿ ਅਕਸਰ ਸਾਡੇ ਲੜਕਿਆਂ ਨੂੰ ਆਦਤ ਹੁੰਦੀ ਆ ਕਿ ਜਦੋਂ ਰਿਹਰਸਲ ਟਾਈਮ ਹੁੰਦਾ ਨਾ, ਐਵੇਂ ਫੋਨ ਚੱਕ ਕੇ ਇੱਧਰ ਉੱਧਰ ਹੋ ਜਾਣਾ, ਘੰਟਾ ਵੇਸਟ ਕਰਨਾ। ਉਹਨਾਂ ਨੂੰ ਸਾਰਿਆਂ ਨੂੰ ਉੱਥੇ ਬੰਨ੍ਹ ਕੇ ਰੱਖਣ ਦੀ ਬਜਾਏ ਮੈਂ 15 ਮੁੰਡਿਆਂ ਦੀ ਰੋਟੀ ਘਰੋਂ ਪਕਾ ਕੇ ਲੈ ਕੇ ਜਾਂਦੀ ਰਹੀ ਹਾਂ ਵੀ ਨਹੀਂ, ਆਪਾਂ ਰਿਹਰਸਲ ਤੋਂ ਲੇਟ ਨਹੀਂ ਹੋਣਾ ਕਿਸੇ ਕੀਮਤ ਤੇ। ਥੀਏਟਰ ਵੀ ਕੀਤਾ, ਪੂਰੇ ਜਨੂਨ ਨਾਲ ਕੀਤਾ ਜੀ। ਇੰਟਰਨੈਸ਼ਨਲ ਲੈਵਲ ਤੇ ਗਏ ਹਾਂ। ਪਲੇ ਸੀ ਸਾਡਾ ਤਿਰਸਕਾਰੀਆਂ ਧੀਆਂ ਲਾਲ ਬੱਤੀ, ਜਿਹਦੇ ਵਿੱਚੋਂ ਸਾਡੀਆਂ 33 ਟੀਮਾਂ ਸੀ, ਜਿਹਦੇ ਵਿੱਚੋਂ ਅਸੀਂ ਫਸਟ ਪ੍ਰਾਈਜ਼ ਲੈ ਕੇ ਆਏ ਸੀ ਉਸ ਟਾਈਮ। ਅਸੀਂ 4 ਸਿਸਟਰ, ਚਾਰੋਂ ਹੀ ਥੀਏਟਰ ਕਰਦੀਆਂ ਸੀ। ਮੇਰੇ ਤੋਂ ਛੋਟੀ ਵਿਆਹੀ ਗਈ। ਵਿਆਹੁਣ ਤੋਂ ਬਾਅਦ ਵਿੱਚ ਉਹਨਾਂ ਦੇ ਕੰਮ ਇੱਦਾਂ ਦੇ ਸੀ ਕਿ ਉਹਨੂੰ ਛੱਡਣਾ ਪਿਆ। ਪਰ ਉਸ ਤੋਂ ਛੋਟੀ ਆ ਜਿਹੜੀ, ਉਹ CBSE ਸਕੂਲ ਦੇ ਵਿੱਚ ਪ੍ਰਿੰਸੀਪਲ ਆ। ਪਰ ਉਹ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤੇ ਉਹ ਮੇਰੇ ਨਾਲ ਜ਼ਰੂਰ ਕੰਮ ਕਰਦੀ ਹੈ। ਉਸ ਤੋਂ ਛੋਟੀ ਜਿਹੜੀ ਹੈਗੀ ਆ, ਉਹ ਮਿਊਜ਼ਿਕ ਦੀ ਪ੍ਰੋਫੈਸਰ ਆ। ਉਹ ਤਕਰੀਬਨ ਸਿੰਗਿੰਗ ਵੀ ਕਰਦੀ ਆ ਤੇ ਮੇਰੇ ਨਾਲ ਕੰਮ ਵੀ ਕਰਦੀ ਆ। ਬਹੁਤ ਸਾਰੀਆਂ ਫਿਲਮਾਂ, ਟੈਲੀ ਮੂਵੀਜ਼ ਦੇ ਵਿੱਚ ਕੰਮ ਕੀਤਾ, ਵੈਬ ਸੀਰੀਜ਼ ਚੱਲ ਰਹੀਆਂ, ਫੀਚਰ ਫਿਲਮਾਂ ਦੇ ਵਿੱਚ ਕੰਮ ਕੀਤਾ। ਗਾਂਧੀ ਦਾ ਗੈਂਗਸਟਰ, ਯਾਰ ਵੇਲੀ, ਯਾਰਾਂ ਦੇ ਯਾਰ, ਸੰਜੋਗ, ਅੱਜ ਕੱਲ੍ਹ ਚੈਨਲ 'ਤੇ ਚੱਲ ਵੀ ਰਹੀਆਂ ਨੇ ਕਾਫੀ। ਮੁੰਡਾ ਜਿਗਰੇ ਵਾਲਾ, ਤੇਰੀ ਮੇਰੀ ਇੱਕ ਜਿੰਦ, ਤੇਰੀਆਂ ਦੋ ਜਾਣੇ, ਸੋਚ, ਤੇ ਹੋਰ ਕਈ ਹੈਗੀਆਂ ਨੇ।
ਇਸ ਤੋਂ ਇਲਾਵਾ ਮਾਨ ਸਨਮਾਨ ਕਾਫੀ ਕਲੱਬਾਂ ਵੱਲੋਂ ਮਿਲੇ ਆ, ਸਕੂਲਾਂ ਕਾਲਜਾਂ ਵੱਲੋਂ ਮਿਲੇ ਆ, ਸੰਸਥਾਵਾਂ ਵੱਲੋਂ ਵੀ ਮਿਲੇ ਆ ਜੀ। ਔਰ ਥੈਂਕਸ ਕਰਦੀ ਹਾਂ ਮੈਂ ਸਿਟੀ ਯੂਨੀਵਰਸਿਟੀ ਵਾਲਿਆਂ ਦਾ ਔਰ ਆਪਣੇ ਨਰਿੰਦਰ ਖੁੱਲਰ ਜੀ ਦਾ, ਟੈਗੋਰ ਮਾਡਲ ਸਕੂਲ ਬੱਸੀਆਂ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਇਹਨਾਂ ਦੇ ਰੂਬਰੂ ਕਰਾਇਆ ਸੀ 3 ਸਾਲ ਪਹਿਲਾਂ, ਔਰ ਚਰਨਜੀਤ ਚੰਨੀ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ। ਤੇ ਮੈਂ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ ਇਹ ਅਪੀਲ ਕਰਨੀ ਚਾਹਾਂਗੀ, ਹਰੇਕ ਮਾਂ ਇਹ ਚਾਹੁੰਦੀ ਆ ਕਿ ਮੇਰਾ ਪੁੱਤਰ ਸਰਵਣ ਪੁੱਤਰ ਬਣੇ, ਪਰ ਕੋਈ ਪਤਨੀ ਇਹ ਨਹੀਂ ਕਹਿੰਦੀ ਕਿ ਮੇਰਾ ਪਤੀ ਸਰਵਣ ਭਗਤ ਬਣੇ। ਸੋ ਮੇਰੀ ਗੁਜ਼ਾਰਿਸ਼ ਹੈ ਸਾਰੀਆਂ ਭੈਣਾਂ ਨੂੰ ਕਿ ਆਪਣੇ ਪਤੀ ਨੂੰ ਵੀ ਸਰਵਣ ਭਗਤ ਬਣਾਓ, ਤਾਂ ਕਿ ਉਹ ਆਪਣੀ ਬਜ਼ੁਰਗ ਮਾਂ ਬਾਪ ਦੀ ਸੇਵਾ ਕਰ ਸਕਣ। ਇੰਨਾ ਕੁਝ ਕਹਿੰਦੀ ਹੋਈ ਖਿਮਾ ਦੀ ਜਾਚਕ ਹਾਂ ਜੀ।